ਤੁਹਾਡੀ ਜਦੋਂ ਸਰਕਾਰ ਸੀ ਤੁਸੀਂ 8 ਰੁਪਏ 8.5 ਰੁਪਏ ਕੀਤਾ, ਇੰਨਾ ਫਰਕ ਤਾਂ ਨਹੀਂ ਨਾ ਆ ਸਕਦਾ। ਜੇ ਮਾਰਕੀਟ 'ਚ ਰੇਟ ਹੀ 2 ਰੁਪਏ 59 ਪੈਸੇ ਹੈ ਤੇ ਤੁਸੀਂ 2007 ਨਾਲ ਕੰਪੇਅਰ 8 ਰੁਪਏ ਨੂੰ ਜਿਹੜਾ ਹੈਗਾ 8 ਰੁਪਏ 74 ਪੈਸੇ ਦਾ ਉਹਦਾ ਕੰਪੈਰੀਜ਼ਨ ਕਿਵੇਂ ਕਰ ਸਕਦੇ ਹੋ? ਇੱਕ अनिल सरीन साहब सीनियर आगू ने पंजाब बीजेपी के सरीन साहब भी जुड़े हुए हैं। सरीन साहब क्योंकि उस वेले तुहाडा भी गठजोड़ सीगा जिस वक्त की हुण मान साहब गल कर रहे हैं कि इन्होंने गुप्त समझौते किए, किकबैक आंदा सीगा, पैसों का किकबैक आंदा सीगा और उस वक्त ये वड्डे वड्डे चिट्टे हाथी खड़े कर दिते। मजबूरी साडी ये बन गई कि चिट्टे हाथियों तो सानू हले भी बिजली लैनी पै रही है। जो दावा किया जा रहा है, दो गल्लां बड़ियां साफ झलकदियां ने कल दी प्रेस कॉन्फ्रेंस विच। पहली गल कि असीं सस्ते करार किए, पिछलियां सरकारां महंगे करार करदियां रहियां। दूजी गल उन्हां करारां दे विच भी किकबैक मिलदा रहा, उन्हां करारां दे विच भी गुप्त समझौते हुंदे रहे, पैसे खा गईयां पिछलियां सरकारां और हुण दी सरकार पाक साफ है, इस करके 2 रुपए 53 पैसे प्रति यूनिट मिलेगा। हरप्रीत जी जी मैं तो हैरान हाँ किसी किस तरह की सरकार दे पल्ले पै गए। रोज झूठ फरेब, लोगों को मूर्ख बनाना और चुटकुले वाली सरकार जिहड़ी हैगी है कोई ना कोई छुरली छड़ जाती है और आपां सारे पोलीटिकल पार्टीज के लोग और चैनल्स वाले लोग जिहड़े हैगे ने उसनूं डिस्कस करन लग पैंदे आ। एक किड्डी वड्डी विडंबना है। एक पासे पंजाब डुੱਬਿਆ पिਆ, दूजे पासे असीं डिस्कशनां किसी होर इशूज़ ते कर रहे हैं। हुण अज ने आपां समझौते की गल दे उत्ते जी पहली गल ते मैं कहांगा कि भगवंत मान जी नूं नरेंद्र मोदी जी का धन्नवाद करना चाहिए क्योंकि सोलर एनर्जी की जिहड़ी क्रांति आई है 2014 के बाद एक बहुत वड्डी क्रांति प्रधानमंत्री मोदी का इनिशिएटिव सीगा कि असीं सोलर एनर्जी वाल वधना क्योंकि उस सस्ती भी पैंदी है और नॉन कन्वेंशनल एनर्जी है जी और उहदे विच बहुत वड्डी सफलता भी हुई है, बहुत सारे प्रोजेक्ट्स भी लग रहे हैं और सारा कुछ हो रहा है। अज उसे दी बदौलत इन्हां नूं 2 रुपए 75 पैसे या 2 रुपए 53 पैसे की एनर्जी मिल रही है। सब तो पहला तो भगवंत मान जी नूं नरेंद्र मोदी का धन्नवाद करना चाहिए। नंबर 2 ਇਹ ਬੜੀ ਪਿੱਠ ਥਪਥਪਾ ਰਹੇ ਨੇ ਜੀ ਕਿ ਦੇਖੋ ਮੈਂ 2 ਰੁਪਏ 53 ਪੈਸੇ और 2 रुपए 75 पैसे ਦੇ ਵਿੱਚ ਜਿਹੜਾ ਹੈਗਾ ਮੈਂ ਸਮਝੌਤਾ ਕਰ ਲਿਆ ਜੀ। ਇਟ ਵਾਸ ਐਨ ਓਪਨ ਬਿਡ, ਪਬਲਿਕ ਦੇ ਬਿਡ ਮੰਗੀ ਗਈ ਸੀ ਨਾ ਵੇਰੀਅਸ ਕੰਪਨੀਆਂ ਕੋਲੋਂ ਬਿਲਕੁਲ ਔਰ ਉਹਦਾ ਕੋਟ ਕੀ ਸੀਗਾ 2 रुपए 59 ਪੈਸੇ ਔਰ ਤੁਸੀਂ ਐਗਰੀਮੈਂਟ ਕੀਤਾ 2 रुपए 53 ਦੇ, ਯਾਨੀ ਕਿ ਸਿਰਫ 6 ਪੈਸੇ ਦਾ ਤੁਸੀਂ ਨੈਗੋਸ਼ੀਏਸ਼ਨ ਕੀਤੀ। ਜੇ ਮਾਰਕੀਟ 'ਚ ਰੇਟ ਹੀ 2 रुपए 59 ਪੈਸੇ ਹੈ ਤੇ ਤੁਸੀਂ 2007 ਨਾਲ ਕੰਪੇਅਰ 8 ਰੁਪਏ ਨੂੰ ਜਿਹੜਾ ਹੈਗਾ 8 ਰੁਪਏ ਕਿੰਨਾ ਸੀਗਾ ਜੀ ਇਹਦਾ 8 ਰੁਪਏ 74 ਪੈਸੇ ਦਾ ਉਹਦਾ ਕੰਪੈਰੀਜ਼ਨ ਕਿਵੇਂ ਕਰ ਸਕਦੇ ਹੋ? ਮੋਰ ਓਵਰ ਕਿਆ ਮੈਨੂੰ ਭਗਵੰਤ ਮਾਨ ਜੀ ਦੱਸਣਗੇ ਜਿਹੜੇ ਉਸ ਵੇਲੇ ਥਰਮਲ ਪਾਵਰ ਪਲਾਂਟਸ ਦਾ ਐਗਰੀਮੈਂਟ ਹੈਗਾ ਜੀ, ਜਿਹੜੀ ਹੋਰ ਇਸ ਵੇਲੇ ਜਦੋਂ ਬਿਜਲੀ ਘੱਟ ਹੁੰਦੀ ਹੈ ਉਹ ਥਰਮਲ ਪਲਾਂਟਸ ਪ੍ਰਾਈਵੇਟ ਥਰਮਲ ਪਲਾਂਟਸ ਜਾਂ ਹੋਰ ਥਰਮਲ ਪਲਾਂਟਸ ਕੋਲੋਂ ਐਕਸਟਰਾ ਬਿਜਲੀ ਲੈਂਦੇ ਨੇ, ਕਿਆ ਉਹ 2 ਰੁਪਏ 'ਚ ਲੈਂਦੇ ਨੇ? ਇਹ ਵੀ ਜਨਤਾ ਪੁੱਛਦੀ ਹੈ because there is a difference between the price of the solar energy and thermal and hydro energy ਜਿਹੜੀ ਜਨਰੇਟ ਹੋ ਰਹੀ ਹੈ ਕਿਉਂਕਿ ਉਹਨਾਂ ਦੇ ਪਾਵਰ ਪਲਾਂਟਸ ਡਿਫਰੈਂਟ ਤਰ੍ਹਾਂ ਦੇ ਨੇ, ਇਹ ਪਾਵਰ ਪਲਾਂਟਸ ਡਿਫਰੈਂਟ ਤਰ੍ਹਾਂ ਦੇ ਨੇ, ਇਹ ਦੋਨੋਂ ਦਾ ਪ੍ਰਾਈਸ ਡਿਫਰੈਂਸ ਤਾਂ ਰਹਿਣਾ ਹੀ ਰਹਿਣਾ। ਇਸੇ ਪਿੱਛੇ ਪ੍ਰਧਾਨ ਮੰਤਰੀ ਮੋਦੀ ਦਾ ਇਨੀਸ਼ੀਏਟਿਵ ਹੈਗਾ ਕਿ ਸੋਲਰ એનર્ਜੀ ਵੱਲ ਅਸੀਂ ਵੱਧ ਤੋਂ ਵੱਧ ਜਾਈਏ ਤਾਂ ਕਿ ਸਸਤੀ ਪਵੇ ਔਰ ਜ਼ਿਆਦਾ ਤੋਂ ਜ਼ਿਆਦਾ ਉਪਲਬਧ ਹੋ ਸਕੇ। ਇਹ 'ਚ ਇਨਵੈਸਟਮੈਂਟ ਵੀ ਘੱਟ ਲੱਗਦੀ ਹੈ। ਇਹ ਪਿੱਛ ਤੇ ਥਾਂ ਤੱਕ ਪਾਉਂਦੇ ਜੇ ਇਹ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਕੋਈ ਸੋਲਰ ਪਾਵਰ ਪਲਾਂਟ ਐਸਾ ਲਾ ਦਿੰਦੇ। ਇੱਕ ਛੋਟੀ ਜਿਹੀ ਗੱਲ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ, ਜਿਹੜੇ ਇਹ ਐਲੀਗੇਸ਼ਨ ਲੱਗ ਰਹੇ ਨੇ ਕਿ ਗੁਪਤ ਸਮਝੌਤੇ ਹੁੰਦੇ ਰਹੇ, ਨਾ ਸਿਰਫ ਸੋਲਰ ਪਾਵਰ ਪਲਾਂਟ ਦੀ ਗੱਲ ਕਰ ਰਿਹਾ ਮੈਂ, ਥਰਮਲ ਪਾਵਰ ਪਲਾਂਟਸ ਦੀ ਵੀ ਗੱਲ ਕਰ ਰਿਹਾ ਕਿ ਗੁਪਤ ਸਮਝੌਤਿਆਂ ਦੇ ਤਹਿਤ ਇਹ ਮਹਿੰਗੀ ਬਿਜਲੀ, ਫਿਕਸ ਚਾਰजेस, ਬਿਜਲੀ ਲੋ ਨਾ ਲੋ ਪੈਸੇ ਤੁਹਾਨੂੰ ਦੇਣੇ ਪੈਣੇ ਨੇ, ਇਹ ਇਦਾਂ ਦੇ ਐਲੀਗੇਸ਼ਨ ਲੱਗਦੇ ਰਹੇ ਪਿਛਲੀ ਸਰਕਾਰ ਤੇ ਕਾਂਗਰਸੀ ਸਰਕਾਰ ਵੀ 5 ਸਾਲ ਨਿਕਲ ਗਈ ਔਰ ਹੁਣ ਵੀ ਲਗਭਗ 1.5-2 ਸਾਲ ਹੋ ਚੱਲੇ ਨੇ। ਕੀ ਕਿਉਂਕਿ ਤੁਸੀਂ ਇੱਕ ਲਾਇਰ ਵੀ ਹੋ, ਕੀ ਇਦਾਂ ਦੇ ਵੀ ਕੋਈ ਕਰਾਰ ਹੁੰਦੇ ਨੇ ਕਿ ਕਿਸੇ ਵੀ ਸਟੇਟ ਗਵਰਨਮੈਂਟ ਤੇ ਹੱਥ ਹੀ ਬੰਨੇ ਜਾਣ ਕਿ ਤੁਸੀਂ ਕਰਾਰ ਹੀ ਨਾ ਤੋੜ ਸਕੋ? ਵੈਸੇ ਤਾਂ ਤੁਸੀਂ ਹਰ ਛੋਟੀ ਗੱਲ ਤੇ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਕੇ ਸਾਰੀਆਂ ਚੀਜ਼ਾਂ ਕਰ ਸਕਦੇ ਹੋ, ਕੀ ਇਹ ਕਰਾਰ ਤੋੜਨ ਦੇ ਲਈ ਵਿਧਾਨ ਸਭਾ ਦੇ ਵਿੱਚ ਬਿੱਲ ਲਿਆ ਕੇ ਕੀ ਇਹ ਕਰਾਰ ਤੋੜੇ ਨਹੀਂ ਜਾ ਸਕਦੇ? ਹਰਪ੍ਰੀਤ ਜੀ ਮੈਂ ਗੱਲ ਪੂਰੀ ਕਰਨਾ, ਮੈਂ ਇਸੇ ਤੇ ਜਾ ਰਿਹਾ। ਸਭ ਤੋਂ ਪਹਿਲਾਂ ਜਵਾਬ ਦੀ ਇਹਨਾਂ ਦੀ ਇਹ ਬਣਦੀ ਹੈ ਕਿ ਸਾਨੂੰ ਇਹ ਦੱਸਣ ਕਿ 1.5 ਸਾਲ ਦੇ ਵਿੱਚ ਸੋਲਰ ਪਾਵਰ ਪਲਾਂਟ ਪੰਜਾਬ ਦੇ ਵਿੱਚ ਲਗਾਉਣ ਵਾਸਤੇ ਇਹਨਾਂ ਨੇ ਕੀ ਉਪਰਾਲਾ ਕੀਤਾ। ਫਿਰ ਇਹ ਕਲੇਮ ਲੈਣਾ ਚਾਹੁੰਦੇ ਸੀ। ਹੁਣ ਮੈਂ ਕੱਲ ਸੁਣ ਰਿਹਾ ਸੀ ਭਗਵੰਤ ਮਾਨ ਜੀ ਦੀ ਪ੍ਰੈਸ ਕਾਨਫਰੰਸ, ਅਸੀਂ 431 ਕਰੋੜ ਰੁਪਇਆ ਬਚਾ ਲਿਆ। 25 ਸਾਲ ਦਾ ਐਗਰੀਮੈਂਟ ਹੈ। ਹੁਣ ਜਿਹੜੇ ਐਗਰੀਮੈਂਟ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ, ਆਪਾਂ ਅੱਛੀ ਤਰ੍ਹਾਂ ਜਾਣਦੇ ਹਾਂ ਕਿ 2007 ਦੇ ਵਿੱਚ ਸੋਲਰ ਪਾਵਰ ਪਲਾਂਟਸ ਨਹੀਂ ਸੀਗੇ। ਇਹ 11-12 ਚ ਸਾਰਾ ਇਨੀਸ਼ੀਏਟਿਵ ਸ਼ੁਰੂ ਹੋਇਆ ਸੀਗਾ ਜੀ। ਤੇ ਜਦ ਉਸ ਵੇਲੇ ਦਾ ਰੇਟ ਸੀਗਾ
ਉਹਨੂੰ ਅੱਜ 2023 ਨਾਲ ਆਪਾਂ ਕੰਪੇਅਰ ਕਰਾਂਗੇ, Comparison ਕਿਵੇਂ ਹੋ ਕਿਵੇਂ ਕਰ ਸਕਦੇ ਕੰਪੇਅਰ? 2007 ਦੇ ਵਿੱਚ ਤੇ ਆਪਾਂ ਜਿਵੇਂ ਮੋਬਾਈਲ ਦਾ ਲੈ ਲਈਏ, ਉਸ ਵੇਲੇ ਰੇਟ ਕੁਝ ਹੋਰ ਸੀਗੇ, ਅੱਜ ਕੁਝ ਕਾਲਸ ਦੇ ਰੇਟ ਹੋਰ ਨੇ, ਹੋਰ ਅਨੇਕ ਚੀਜ਼ਾਂ ਦੇ। ਆਪਾਂ ਕੇਬਲ ਦੇ ਨੈਟਵਰਕ ਸਿਸਟਮ ਦੇਖ ਲਈਏ, ਉਸ ਵੇਲੇ ਆਪਾਂ ਕਿੰਨੇ ਪੈਸੇ ਦਿੰਦੇ ਸੀ, ਹੁਣ ਕਿੰਨੇ ਦਿੰਦੇ ਆ। ਅਨੇਕ ਰੈਵੋਲੂਸ਼ਨ ਆਈਆਂ ਨੇ, ਔਰ એનર્ਜੀ ਦੇ ਵਿੱਚ ਜਾਂ ਹੋਰ ਇੰਜੀਨੀਅਰਿੰਗ ਸੈਟਅਪ ਦੇ ਵਿੱਚ ਜਾਂ ਹੋਰ ਚੀਜ਼ਾਂ ਚਲਾ ਲਈਏ, ਉਹਦੇ ਨਾਲ ਜਦੋਂ ਕੰਪੀਟੀਸ਼ਨ ਵੱਧ ਗਿਆ, ਰੇਟ ਕੱਟਣੇ ਕੱਟਣੇ ਆ। ਸੋ ਇਸ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਰਕਾਰ ਦੀ ਇਹ 'ਚ ਕੋਈ ਉਪਲਬਧੀ ਨਹੀਂ ਗੀ। ਮਾਰਕੀਟ 'ਚ 2 ਰੁਪਏ 59 ਪੈਸੇ ਤੁਹਾਨੂੰ ਕੋਟ ਹੋਇਆ, 253 ਸਮਝੌਤਾ ਕਰਨਾ, ਤੇ ਖੱਟਿਆ ਕੀ ਹੈ ਤੁਸੀਂ? ਠੀਕ ਹੈ, ਕਿਹੜੀ ਚੀਜ਼ ਇਨੀਸ਼ੀਅਲ ਕੀਤੀ ਤੁਸੀਂ? ਨੰਬਰ 2 ਹੁਣ ਆ ਗਿਆ ਐਗਰੀਮੈਂਟ ਦੀ ਗੱਲ ਜੀ। ਮੈਂ ਹੁਣ ਇੱਕ ਸਿੰਪਲ ਕੁਐਸਚਨ ਪੁੱਛਦਾ। ਇਹ ਕਹਿੰਦੇ ਨੇ ਕਿ 2007 ਜਿਹੜੇ ਐਗਰੀਮੈਂਟ ਕੀਤੇ, ਜਿਹੜੇ ਸਫੇਦ ਹਾਥੀ ਕੀਤੇ, ਚਾਹੇ ਕਾਂਗਰਸ ਨੇ ਕ੍ਰਿਟਿਸਾਈਜ਼ ਕੀਤਾ ਉਸ ਵੇਲੇ, ਉਹ ਵੀ ਤੋੜ ਨਹੀਂ ਪਾਈ। ਹੁਣ ਇਹਨਾਂ ਨੂੰ 1.5 ਸਾਲ ਹੋ ਗਿਆ, ਇਹ ਵੀ ਉਹਨਾਂ ਐਗਰੀਮੈਂਟਸ ਨੂੰ ਕੈਨਸਲ ਨਹੀਂ ਕਰ ਪਾਏ, ਜਿਹੜੇ ਕਿ ਅਸੀਂ ਚੁਟਕੀ ਮਾਰ ਕੇ ਕੈਨਸਲ ਹੋ ਜਾਣਗੇ, ਚੁਟਕੀ ਮਾਰ ਕੇ ਕੈਨਸਲ ਹੋ ਜਾਣਗੇ ਜੀ। ਮੈਂ ਇਹਨਾਂ ਨੂੰ ਇਹ ਪੁੱਛਦਾ, ਜਿਹੜਾ ਹੁਣ ਤੁਸੀਂ 25 ਸਾਲ ਦਾ ਐਗਰੀਮੈਂਟ ਕੀਤਾ ਹੈਗਾ, 2 ਰੁਪਏ 53 ਪੈਸੇ ਦੇ ਕੀਤਾ, ਜਿਸ ਤਰੀਕੇ ਨਾਲ ਸੋਲਰ એનર્ਜੀ ਦੀ ਰੈਵੋਲੂਸ਼ਨ ਆ ਰਹੀ ਹੈ, ਕਿਆ ਜੇ ਕੱਲ ਨੂੰ ਤੁਸੀਂ 25 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਜਾਂ 15 ਸਾਲਾਂ ਬਾਅਦ ਇਹਦਾ ਰੇਟ 2.53 ਤੋਂ ਘਟ ਕੇ 1 ਰੁਪਿਆ ਹੋ ਜਾਵੇ ਜਾਂ 1.5 ਰੁਪਿਆ ਹੋ ਜਾਵੇ, ਹਾਂ ਫਿਰ ਕੀ ਕਰੋਗੇ? ਤੇ ਫਿਰ ਅਸੀਂ ਇਹ ਸਮਝੀਏ ਕਿ ਤੁਸੀਂ ਕਮਿਸ਼ਨ ਖਾ ਕੇ ਐਗਰੀਮੈਂਟ ਕੀਤਾ। ਇਹ ਉਸ ਵੇਲੇ ਜਿਸ ਵੇਲੇ ਤੁਸੀਂ ਐਗਰੀਮੈਂਟ ਕਰ ਰਹੇ ਹੋ, ਉਸ ਵੇਲੇ ਮਾਰਕੀਟ 'ਚ ਰੇਟ ਕੀ ਹੈਗਾ, ਉਹਦੇ ਹਿਸਾਬ ਨਾਲ ਐਗਰੀਮੈਂਟ ਹੁੰਦੇ ਨੇ। ਔਰ ਜਿਹੜੀ ਵੀ ਗਵਰਨਮੈਂਟ ਹੋਵੇ, ਉਹ ਇਟ ਇਜ਼ ਐਗਰੀਮੈਂਟ ਬਿਟਵੀਨ ਦ ਗਵਰਨਮੈਂਟ, ਨਾਟ ਬਿਟਵੀਨ ਦ ਪਾਰਟੀ ਰੂਲਿੰਗ ਪਾਰਟੀ। ਠੀਕ ਹੈ, ਔਰ ਉਹ ਕੰਟੀਨਿਊ ਕਰਦੇ ਨੇ। ਚਲੋ ਮੈਂ 1 ਮਿੰਟ ਆ ਗਿਆ। ਹਿਮੇਸ਼ ਤੇ ਮਾਨਵੀ ਸਾਡੇ ਨਾਲ ਜੁੜੇ ਹੋਏ ਨੇ, ਕਿਉਂਕਿ ਇਹ ਵੀ ਥਰਮਲ ਯੂਨਿਟ ਨਾਲ ਸੰਬੰਧਿਤ ਹੈ। 1 ਮਿੰਟ ਆ ਗਿਆ ਸਰ, ਮੈਂ ਤੁਹਾਡੀ ਗੱਲ ਆ ਗਈ, ਮੈਂ ਸਮਝ ਗਿਆ। ਮੈਂ ਆ ਜਾਣਾ ਵਾਪਸ, ਆਪਣੇ ਕੋਲ ਬਹੁਤ ਟਾਈਮ ਹੈ। ਲਾਈਨ ਕੰਪਲੀਟ ਕਰ ਦੇ। ਹਾਂ ਕਰੋ ਕਰੋ, ਪਲੀਜ਼ ਕਰੋ। ਮੇਰਾ ਇਹ ਕਹਿਣਾ ਸੀਗਾ ਕਿ ਜਿਵੇਂ ਇਹਨਾਂ ਨੇ ਜਿਹੜਾ ਅੱਜ ਐਗਰੀਮੈਂਟ ਕੀਤਾ ਹੈ, ਉਹ 25 ਸਾਲ ਤੱਕ ਲਾਗੂ ਰਹੇਗਾ, ਚਾਹੇ ਉਹ BBMP ਨਾਲ ਕੀਤਾ, ਚਾਹੇ ਸਤਲੁਜ ਜਲ ਵਿਦੁਤ ਨਿਗਮ ਨਾਲ ਕੀਤਾ, ਜਿਹੜੀ ਕਿ ਗਵਰਨਮੈਂਟ ਏਜੰਸੀਜ਼ ਹੈਗੀਆਂ ਨੇ। ਕੋਈ ਵੀ ਗਵਰਨਮੈਂਟ ਕੋਈ ਐਗਰੀਮੈਂਟ ਕਰਦੀ ਹੈ, ਉਹ ਕੰਟੀਨਿਊ ਰਹਿੰਦਾ, ਭਾਵੇਂ ਉਹ ਗਵਰਨਮੈਂਟ ਰਵੇ ਜਾਂ ਨਾ ਰਵੇ, ਔਰ ਰੇਟ ਵਧੇ ਜਾਂ ਘਟੇ। ਠੀਕ ਹੈ, ਠੀਕ ਹੈ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਅਤੇ ਠੀਕ ਹੈ ਸਰੀਨ ਸਾਹਿਬ, ਇਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਹੋਏਗਾ ਕਿ ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ ਬਿਜਲੀ ਬੜਾ ਇੱਕ ਅਹਿਮ ਮੁੱਦਾ ਰਹੀ ਹੈ। ਜਿਹੜੀ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ, ਉਸ ਤੇ ਵੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਲੋਕਾਂ ਦਾ ਸਮਰਥਨ ਸਾਡੇ ਨਾਲ ਹੈ, ਕਿਉਂਕਿ ਜੋ ਅਸੀਂ ਕਿਹਾ ਉਹ ਕਰਕੇ ਦਿਖਾਇਆ। ਉਸੇ ਦੇ ਵਿੱਚ ਹੀ ਇਜ਼ਾਫਾ ਉਹਨਾਂ ਨੇ ਇਹ ਕੀਤਾ ਕਿ 300 ਯੂਨਿਟ ਤਾਂ ਤੁਹਾਨੂੰ ਮਿਲ ਰਹੇ ਮੁਫਤ, ਇਸ ਤੋਂ ਬਾਅਦ ਹੁਣ ਜਿਹੜੀ ਬਿਜਲੀ ਮਿਲਣੀ ਹੈ ਉਹ ਮਿਲੇਗੀ ਹੋਰ ਜ਼ਿਆਦਾ ਸਸਤੀ, ਕਿਉਂਕਿ ਇਹ 1200 ਮੈਗਾਵਾਟ ਜਦੋਂ ਸਾਡੇ ਕੋਲ ਆ ਗਿਆ, ਉਦੋਂ ਅਸੀਂ ਉਹ ਕਰਾਰ ਰੱਦ ਕਰ ਦਾਂਗੇ, ਤਾਂ ਬਿਜਲੀ ਹੈ ਜਿਹੜੀ ਸਸਤੀ 1700 ਕਰੋੜ ਰੁਪਏ ਦਾ ਮੁਨਾਫਾ ਹੋਣ ਲੱਗ ਜਾਏਗਾ। ਫਿਰ ਇਹ ਗੱਲ ਲੋਕਾਂ ਦੇ ਵਿੱਚ ਤਾਂ ਜੱਚ ਰਹੀ ਹੈ ਨਾ ਕਿ ਦੇਖੋ 300 ਯੂਨਿਟ ਤਾਂ ਹੈਗੇ ਮੁਫਤ, ਉਸ ਤੋਂ ਬਾਅਦ ਵੀ ਜੇਕਰ ਟੱਪ ਜਾਂਦਾ ਬਿੱਲ, ਚਲੋ 300 ਯੂਨਿਟ ਮੁਫਤ ਨਹੀਂ ਮਿਲਦੇ ਤਾਂ ਬਿਜਲੀ ਸਸਤੀ ਮਿਲਣੀ ਸ਼ੁਰੂ ਹੋ ਜਾਏਗੀ। ਹਰਪ੍ਰੀਤ ਜੀ, ਸਵਾਲ ਤੇ ਸਭ ਤੋਂ ਵੱਡਾ ਇਹੀ ਹੈ। ਇਹਨਾਂ ਨੇ ਤੇ ਕਿਹਾ ਸੀਗਾ ਕਿ ਅਸੀਂ 5 ਰੁਪਏ ਯੂਨਿਟ ਨੂੰ ਜਿਹੜਾ ਹੈਗਾ ਪਰ ਯੂਨਿਟ ਇੰਡਸਟਰੀ ਨੂੰ ਬਿਜਲੀ ਦੇਵਾਂਗੇ। ਅੱਜ 11 ਰੁਪਏ ਇੰਡਸਟਰੀ ਨੂੰ ਬਿਜਲੀ ਦੇ ਰਹੇ ਨੇ। ਇਹਨਾਂ ਨੇ ਹੁਣੇ ਪਿੱਛੇ ਹਾਲ ਹੀ ਵਿੱਚ ਹੀ ਤੁਸੀਂ ਦੇਖਿਆ ਹੋਣਾ, ਜਿਹੜੀ ਸਿਕਿਉਰਿਟੀਜ਼ ਹੁੰਦੀਆਂ ਨੇ ਉਹ ਵਧਾ ਦਿੱਤੀਆਂ, ਔਰ ਪਿੱਛੋਂ ਦੀ ਬੈਕ ਡੇਟ ਤੋਂ ਪਰ ਕਿਲੋਵਾਟ ਜਿਹੜਾ ਮਿਨੀਮਮ ਚਾਰजेस ਹੈਗੇ ਨੇ ਉਹ ਵਧਾ ਦਿੱਤੇ, ਇਲੈਕਟ੍ਰਿਸਿਟੀ ਦੇ ਰੇਟ ਵਧਾ ਦਿੱਤੇ। ਜੇ ਇੰਨਾ ਹੀ ਲੋਕਾਂ ਪੱਖੀ ਸਰਕਾਰ ਹੁੰਦੀ ਤੇ ਇਹੋ ਜਿਹੇ ਕਸੂਤੇ ਕੰਮ ਨਾ ਕਰਦੀ। ਇਹ ਤੇ ਕਤਨੀ ਔਰ ਕਰਨੀ ਇਹਨਾਂ 'ਚ ਫਰਕ ਹੈਗਾ ਹੀ ਹੈਗਾ। ਮੈਂ ਇੱਕ ਵਾਰੀ ਫੇਰ ਕਹਿਣਾ, ਅਸੀਂ ਇਹ ਸਰਕਾਰ ਦੀ ਉਪਲਬਧੀ ਤਾਂ ਇਹ ਤੇ ਕੇਂਦਰ ਸਰਕਾਰ ਦੀ ਮਿਹਰਬਾਨੀ ਹੈ ਕਿ ਉਹਨੇ 2 ਰੁਪਏ 2.5 ਰੁਪਏ 'ਚ ਤੁਹਾਨੂੰ ਜਿਹੜੇ ਬਿਜਲੀ ਦੇ ਰਹੀ ਹੈ, ਤੇ ਸ਼ੁਕਰ ਕਰੋ ਮੋਦੀ ਸਰਕਾਰ ਦਾ। ਤੁਸੀਂ ਤੁਹਾਡਾ ਤੇ ਅਸੀਂ ਧੰਨਵਾਦ ਤਾਂ ਕਰਦੇ ਪੰਜਾਬ ਸਰਕਾਰ ਦਾ, ਜੇ ਪੰਜਾਬ ਸਰਕਾਰ ਇਹ 1.5 ਸਾਲ ਦੇ ਵਿੱਚ ਆਪਣਾ ਕੋਈ ਸੋਲਰ ਪਾਵਰ ਪਲਾਂਟ ਲਾਉਂਦੀ ਤੇ ਕਹਿੰਦੀ ਦੇਖੋ ਜੀ ਮੈਂ ਆਪਣਾ ਸੋਲਰ ਪਲਾਂਟ ਲਾ ਕੇ ਆਹ ਸਸਤੀ ਬਿਜਲੀ ਕਰ ਦਿੱਤੀ। ਫਰਦਰ ਮੋਰ 18 ਮਹੀਨੇ ਬਾਅਦ ਤੁਹਾਨੂੰ ਮਿਲਣੀ ਹੈ। ਔਰ ਕਿਆ ਤੁਸੀਂ ਅੱਜ ਕਮਿਟਮੈਂਟ ਕਰਦੇ ਹੋ ਲੋਕਾਂ ਨੂੰ ਕਿ ਜੇ 2 ਰੁਪਏ 53 ਪੈਸੇ ਨੂੰ ਤੁਹਾਨੂੰ ਬਿਜਲੀ ਮਿਲ ਰਹੀ ਹੈ, ਲੋਕਾਂ ਨੂੰ ਤੁਸੀਂ 2 ਰੁਪਏ 53 ਪੈਸੇ 'ਚ ਦਿਓਗੇ, 3 ਰੁਪਏ 'ਚ ਦੇ ਦਿਓਗੇ? ਡੂ ਯੂ ਮੇਕ ਐਨੀ ਕਮਿਟਮੈਂਟ ਫॉर दैट? ਬਿਲਕੁਲ ਠੀਕ। ਐਸ ਮਾਮਲੇ 'ਚ ਭਗਵੰਤ ਮਾਨ ਜੀ ਚੁੱਪ ਨੇ, ਕਿਉਂ? ਉਹਨਾਂ ਪਤਾ ਮੈਂ ਨਹੀਂ ਕਰ ਸਕਦਾ। ਲੋਕਾਂ ਨੂੰ ਫੇਰ ਉਸੇ ਭਾਅ ਹੀ ਮਿਲਣੀ ਹੈ, ਕਿਉਂਕਿ ਜਿਹੜੇ ਮਿਨੀਮਮ ਐਗਰੀਮੈਂਟਸ ਹੈਗੇ ਨੇ, ਚਾਹੇ ਇਹਨਾਂ ਦੀ ਆਪਣੀ ਪ੍ਰੋਡਕਸ਼ਨ ਹੈਗੀ ਹੈ, ਚਾਹੇ ਉਹ 50% ਪ੍ਰੋਡਕਸ਼ਨ ਕਰ ਰਹੇ ਨੇ, ਚਾਹੇ ਜਿਹੜੇ ਆਲਰੇਡੀ ਜਿਹੜੇ ਪ੍ਰਾਈਵੇਟ ਪਾਵਰ ਪਲਾਂਟਸ ਨਾਲ ਐਗਰੀਮੈਂਟ ਕੀਤੇ ਹੋਏ ਨੇ, ਉਹਨਾਂ ਕੋਲ ਮਿਨੀਮਮ ਇਲੈਕਟ੍ਰਿਸਿਟੀ ਲੈਣੀ ਪੈਣੀ, ਨਹੀਂ ਤਾਂ ਉਹਨਾਂ ਮਿਨੀਮਮ ਪੈਸੇ ਦੇਣੇ ਹੀ ਪੈਣੇ ਨੇ। ਤੇ ਭਾਈ ਸਾਹਿਬ, ਤੁਸੀਂ ਸਸਤੀ ਬਿਜਲੀ ਕਦੋਂ ਦਿਓਗੇ ਲੋਕਾਂ ਨੂੰ? ਕਿਵੇਂ ਦੇ ਸਕਦੇ ਹੋ? ਲੋਕਾਂ ਨੂੰ ਇਹ ਸਮਝਾਓ ਕਿ ਦੇਖੋ ਮੈਂ 2 ਰੁਪਏ 53 ਪੈਸੇ ਕਰ ਲਿਆ, 18 ਮਹੀਨੇ ਬਾਅਦ ਮੈਂ 3 ਰੁਪਏ ਯੂਨਿਟ ਸਾਰੇ ਪੰਜਾਬ ਨੂੰ ਬਿਜਲੀ ਸਪਲਾਈ ਕਰਾਂਗਾ। ਕਰਨਾ ਜੇ ਬਿਆਨ, ਫਿਰ ਤੇ ਅਸੀਂ ਮੰਨੀਏ। ਤੁਸੀਂ ਤਾਂ ਲੋਕਾਂ ਨੂੰ ਮੂਰਖ ਬਣਾਉਣ ਦਾ ਕੰਮ ਕਰ ਰਹੇ ਹੋ।
ਔਰ ਸਿਰਫ ਆਪਣੀ ਐਡਵਰਟਾਈਜ਼ਮੈਂਟ ਆਪਣੀ ਪਬਲਿਸਿਟੀ ਦੀ ਸਰਕਾਰ ਚਲਾਉਣ ਵਾਸਤੇ ਠੀਕ ਹੈ। ਤੁਹਾਨੂੰ ਇੱਕ ਨਵਾਂ ਸ਼ੋਸ਼ਾ ਚਾਹੀਦਾ ਸੀਗਾ 15-20 ਦਿਨ ਹੀ ਨਵਾਂ ਸ਼ੋਸ਼ਾ ਕੱਢ ਲੈਂਦੇ ਨੇ ਰੁਪਈਆ 70-80 ਕਰੋੜ ਰੁਪਈਆ ਜਿਹੜਾ ਹੈਗਾ ਐਡਵਰਟਾਈਜ਼ਮੈਂਟ ਦੇ ਉਸ ਬਿੱਲ ਤੇ ਲਾ ਦਿੰਦੇ ਨੇ। ਮੈਂ ਤਾਂ ਕਹਿੰਦਾ 431 ਕਰੋੜ ਰੁਪਏ ਕਹਿੰਦੇ ਸੀਗੇ ਭਗਵੰਤ ਮਾਨ ਜੀ ਕੱਲ ਵਿੱਚ ਬਚਣਾ ਹੈ। ਜੇ 25 ਸਾਲਾਂ 'ਚ ਇਹ ਹੈ ਤੇ 17 ਕਰੋੜ ਰੁਪਈਆ ਸਾਲ ਦਾ ਬਚਿਆ ਤੇ ਇਹ ਇੱਕ ਮਹੀਨੇ 'ਚ 17 ਕਰੋੜ ਦੇ ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਦੇਣੀ ਜੀ। ਚਲੋ ਠੀਕ ਹੈ, 1 ਮਿੰਟ ਆਇਆ ਮੈਂ ਬਚਿਆ ਧੀਮਾਨ ਕੀ ਸਾਹਿਬ ਸਰਕਾਰ ਤੋਂ। ਨੂੰ? ਠੀਕ ਹੈ, ਮਤਲਬ ਜਿੰਨੇ ਪੈਸੇ ਬਚਣ ਨੇ ਉਹ ਇਸ਼ਤਿਹਾਰਬਾਜ਼ੀ ਤੇ ਲੱਗ ਜਾਣੇ ਨੇ। ਧੀਮਾਨ